ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਬੇਟੇ ਅੱਜ ਆਪਾਂ ਨੈਕਸਟ ਟੌਪਿਕ ਸਟਾਰਟ ਕਰਾਂਗੇ। ਵਾਟ ਡੂ ਆਲ ਐਸਿਡਸ ਐਂਡ ਆਲ ਬੇਸਿਸ ਹੈਵ ਇਨ ਕਾਮਨ। ਐਸਿਡਸ ਤੇ ਬੇਸਿਸ ਦੇ ਵਿੱਚ ਕਾਮਨ ਚੀਜ਼ ਕਿਹੜੀ ਹੈ, ਕਾਮਨ ਪ੍ਰੋਪਰਟੀਜ਼ ਕਿਹੜੀਆਂ ਹਨ। ਕਾਮਨ ਦੇਖਣ ਲਈ ਅਸੀਂ ਕੀ ਦੇਖਾਂਗੇ, ਵਾਟ ਲੀਡਸ ਟੂ ਦਾ ਸਿਮਿਲਰਿਟੀ ਇਨ ਪ੍ਰੋਪਰਟੀਜ਼। ਉਹਨਾਂ ਦੇ ਪ੍ਰੋਪਰਟੀ ਦੇ ਵਿੱਚ, ਗੁਣਾਂ ਦੇ ਵਿੱਚ ਕਿਹੜੀ ਚੀਜ਼ ਸੇਮ ਹੈ। ਪਹਿਲੇ ਅਸੀਂ ਪੜ੍ਹ ਕੇ ਆਏ ਹਾਂ, ਆਲ ਐਸਿਡਸ ਜਨਰੇਟ ਹਾਈਡਰੋਜਨ ਗੈਸ ਔਨ ਰਿਐਕਟਿੰਗ ਵਿਦ ਮੈਟਲਸ। ਜਿੰਨੇ ਸਾਰੇ ਹੀ ਐਸਿਡ ਹਨ ਉਹ ਮੈਟਲ ਨਾਲ ਰਿਐਕਸ਼ਨ ਕਰਕੇ ਕੀ ਪ੍ਰੋਡਿਊਸ ਕਰਦੇ ਨੇ, ਹਾਈਡਰੋਜਨ ਗੈਸ। ਇਹ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਹਾਈਡਰੋਜਨ ਗੈਸ ਕਦੋਂ ਪੈਦਾ ਹੁੰਦੀ ਹੈ, ਜਦੋਂ ਮੈਟਲ ਦੇ ਨਾਲ ਐਸਿਡ ਰਿਐਕਸ਼ਨ ਕਰਦੇ ਹਨ। ਤਾਂ ਇੱਕ ਚੀਜ਼ ਇਹ ਕਾਮਨ ਹੈ ਕਿ ਸਾਰੇ ਜਿਹੜੇ ਐਸਿਡ ਨੇ ਉਹ ਮੈਟਲ ਨਾਲ ਰਿਐਕਟ ਕਰਕੇ ਹਾਈਡਰੋਜਨ ਗੈਸ ਪ੍ਰੋਡਿਊਸ ਕਰਦੇ ਹਨ। ਸੈਕੰਡਲੀ, ਇੱਕ ਇੱਥੇ ਐਕਟੀਵਿਟੀ ਦਿੱਤੀ ਹੈ, ਤੁਸੀਂ ਪੜ੍ਹ ਵੀ ਲੈਣਾ। ਅਸੀਂ ਕੁਝ ਸਲਿਊਸ਼ਨ ਲੈਂਦੇ ਹਾਂ, ਗਲੂਕੋਜ਼, ਅਲਕੋਹਲ ਇਹ ਬੇਸ ਹਨ, ਹਾਈਡਰੋਕਲੋਰਿਕ ਐਸਿਡ, ਸਲਫਿਊਰਿਕ ਐਸਿਡ ਇਹ ਦੋਨੋਂ ਐਸਿਡ ਹਨ ਅਤੇ ਇਹ ਬੇਸ ਹਨ। ਅਤੇ ਜਦੋਂ ਇਹਨਾਂ 'ਤੇ ਅਸੀਂ ਟੈਸਟ ਕਰਦੇ ਹਾਂ ਕਿ ਇਹਨਾਂ ਦੇ ਵਿੱਚ ਹੀ ਇਲੈਕਟ੍ਰੀਸਿਟੀ ਕੰਡਕਟ ਹੁੰਦੀ ਹੈ ਜਾਂ ਨਹੀਂ ਹੁੰਦੀ। ਨੈਕਸਟ ਪੇਜ 'ਤੇ ਅਸੀਂ ਦੇਖਦੇ ਹਾਂ, ਇੱਕ ਕੋਰਕ ਲੈ ਲਿਆ ਅਤੇ ਉਹਦੇ ਵਿੱਚ ਦੋ ਨੇਲਜ਼ ਲਾ ਕੇ ਇੱਕ ਨੂੰ ਪੋਜ਼ੀਟਿਵ ਟਰਮੀਨਲ ਜੋੜ ਦਿੱਤਾ ਅਤੇ ਇੱਕ ਨੂੰ ਨੈਗੇਟਿਵ ਟਰਮੀਨਲ ਬੈਟਰੀਜ਼ ਦੇ ਨਾਲ ਜੋੜ ਦਿੱਤਾ। ਇਹ 9th ਕਲਾਸ ਦੇ ਵਿੱਚ ਤੁਸੀਂ ਪੜ੍ਹ ਕੇ ਆਏ ਹੋ। ਜਦੋਂ ਇਸ ਦੇ ਵਿੱਚ ਸਲਿਊਸ਼ਨ ਹੈ ਜਿਹੜਾ ਐਸਿਡ ਪਾਇਆ ਜਾਊਗਾ ਤਾਂ ਬਲਬ ਹੈ ਜਿਹੜਾ ਗਲੋ ਕਰੂਗਾ। ਮੀਨਜ਼ ਜਿਹੜੇ ਐਸਿਡ ਨੇ ਦੇ ਆਰ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ। ਅਤੇ ਦੂਸਰੀ ਸਾਈਡ 'ਤੇ ਜਿਹੜੇ ਗਲੂਕੋਜ਼ ਅਤੇ ਅਲਕੋਹਲ ਸਲਿਊਸ਼ਨ ਨੇ ਡੂ ਨਾਟ ਕੰਡਕਟ ਇਲੈਕਟ੍ਰੀਸਿਟੀ। ਇਹ ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰਦੇ। ਜਿਹੜੇ ਐਸਿਡ ਨੇ ਉਹ ਕਿਉਂ ਕੰਡਕਟ ਕਰਦੇ ਹਨ, ਕਿਉਂਕਿ ਐਸਿਡ ਦੇ ਵਿੱਚ ਐਸਿਡ ਕੰਟੇਨਸ ਹਾਈਡਰੋਜਨ ਆਇਨ ਐਜ਼ ਏ ਕਟਾਇਨ। ਕਟਾਇਨ ਪੋਜ਼ੀਟਿਵ ਚਾਰਜ ਨੂੰ ਕਿਹਾ ਜਾਂਦਾ ਹੈ ਐਂਡ ਅਨਾਇਨ ਨੈਗੇਟਿਵ ਚਾਰਜ ਨੂੰ ਕਿਹਾ ਜਾਂਦਾ ਹੈ। ਇਸ ਦੇ ਵਿੱਚ ਇੱਕ ਪੋਜ਼ੀਟਿਵ ਚਾਰਜ ਹੈ ਹਾਈਡਰੋਜਨ ਆਇਨ, ਜਿਸ ਦੇ ਕਰਕੇ ਜਿਹੜਾ ਇਹ ਸਲਿਊਸ਼ਨ ਹੈ ਉਹਦੀਆਂ ਪ੍ਰੋਪਰਟੀਜ਼ ਕਿਹੜੀਆਂ ਨੇ, ਐਸਿਡਿਕ ਪ੍ਰੋਪਰਟੀਜ਼, ਜਿਹਦੇ ਕਰਕੇ ਜਿਹੜੀ ਇਲੈਕਟ੍ਰੀਸਿਟੀ ਆ ਇਹਦੇ ਵਿੱਚ ਪਾਸ ਹੋ ਜਾਂਦੀ ਹੈ। ਐਸਿਡ ਪ੍ਰੋਡਿਊਸਡ ਹਾਈਡਰੋਜਨ ਆਇਨ ਇਨ ਸਲਿਊਸ਼ਨ ਵਿਚ ਆਰ ਰਿਸਪੋਂਸੀਬਲ ਫਾਰ ਦੇਅਰ ਐਸਿਡਿਕ ਪ੍ਰੋਪਰਟੀਜ਼। ਇੱਕ ਹਾਈਡਰੋਜਨ ਆਇਨ ਪੈਦਾ ਕਰ ਦਿੰਦੇ ਨੇ ਜਿਹਦੇ ਕਰਕੇ ਇਲੈਕਟ੍ਰੀਸਿਟੀ ਹੈ ਜਿਹੜੀ ਉਹ ਪਾਸ ਹੋ ਜਾਂਦੀ ਹੈ। ਸੋ ਕਾਮਨ ਚੀਜ਼ਾਂ ਕਿਹੜੀਆਂ ਨੇ, ਆਲ ਐਸਿਡਸ ਪ੍ਰੋਡਿਊਸ ਹਾਈਡਰੋਜਨ ਗੈਸ ਔਨ ਰਿਐਕਟਿੰਗ ਵਿਦ ਮੈਟਲਸ। ਅਤੇ ਐਸਿਡ ਕੰਡਕਟ ਇਲੈਕਟ੍ਰੀਸਿਟੀ ਵਾਈਲ ਬੇਸਿਸ ਡੂ ਨਾਟ ਕੰਡਕਟ ਇਲੈਕਟ੍ਰੀਸਿਟੀ। ਨੈਕਸਟ ਟੌਪਿਕ ਹੈ ਜੀ, what happens to an acid or a base in a water solution। ਜਦੋਂ ਵਾਟਰ ਸਲਿਊਸ਼ਨ ਦੇ ਵਿੱਚ ਐਸਿਡ ਅਤੇ ਬੇਸ ਪਾਉਂਦੇ ਹਾਂ ਤਾਂ ਕੀ ਹੁੰਦਾ ਹੈ। ਜਦੋਂ ਅਸੀਂ ਐਸਿਡ ਦੇ ਵਾਟਰ ਦੇ ਵਿੱਚ ਐਸਿਡ ਪਾਉਂਦੇ ਹਾਂ, ਆਪਾਂ ਨੈਕਸਟ ਐਗਜ਼ਾਮਪਲ ਨੈਕਸਟ ਪੇਜ 'ਤੇ ਦਿੱਤੀ ਹੈ। HCl ਐਸਿਡ ਹੈ ਬੇਟੇ, ਹਾਈਡਰੋਕਲੋਰਿਕ ਐਸਿਡ, ਇਹਦੇ ਵਿੱਚ ਵਾਟਰ ਪਾ ਦਿੱਤਾ
ਤਾਂ ਇਹ ਜਿਹੜਾ ਹਾਈਡਰੋਜਨ ਤੇ ਕਲੋਰੀਨ ਹੈ ਇਹ ਬ੍ਰੇਕਅਪ ਹੋ ਜਾਊਗੀ, ਇਸ ਦੇ ਦੋ ਆਇਨ ਬਣ ਜਾਣਗੇ, ਇੱਕ ਹਾਈਡਰੋਜਨ ਤੇ ਇੱਕ ਕਲੋਰੀਨ। ਹਾਈਡਰੋਜਨ ਪੋਜ਼ਿਟਿਵ, ਕਲੋਰੀਨ ਨੈਗੇਟਿਵ। ਇਹ ਹਾਈਡਰੋਜਨ ਆ ਜਿਹੜੀ ਵਾਟਰ ਦੇ ਨਾਲ ਅਟੈਚ ਹੋ ਜਾਊਗੀ, ਕਿਉਂਕਿ ਹਾਈਡਰੋਜਨ ਆਇਨ ਆ ਜਿਹੜਾ ਉਹ ਇਕੱਲਾ ਐਗਜ਼ਿਸਟ ਨਹੀਂ ਕਰ ਸਕਦਾ। ਹਾਈਡਰੋਜਨ ਆਇਨ ਕੈਨ ਨਾਟ ਐਗਜ਼ਿਸਟ ਅਲੋਨ, ਇਹ ਇਕੱਲਾ ਨਹੀਂ ਰਹਿ ਸਕਦਾ। ਵਟ ਦੇ ਐਗਜ਼ਿਸਟ ਆਫਟਰ ਕੰਬਾਈਨਿੰਗ ਵਿਦ ਵਾਟਰ ਮਾਲੀਕਿਊਲਸ, ਇਹਨੇ ਵਾਟਰ ਮਾਲੀਕਿਊਲਸ ਨਾਲ ਜੁੜ ਜਾਣਾ ਹੈ ਅਤੇ ਫਾਰਮੂਲਾ ਕੀ ਬਣ ਜਾਣਾ, H3O ਪੋਜ਼ਿਟਿਵ ਪਲੱਸ ਕਲੋਰੀਨ ਨੈਗੇਟਿਵ। ਅਤੇ ਇੱਥੇ ਹਾਈਡਰੋਨੀਅਮ ਆਇਨ ਪ੍ਰੋਡਿਊਸ ਹੋਊਗਾ ਕਦੋਂ, ਵੈਨ ਐਸਿਡ ਇਜ਼ ਐਡਡ ਟੂ ਵਾਟਰ, ਜਦੋਂ ਐਸਿਡ ਵਾਟਰ ਦੇ ਵਿੱਚ ਪਾਉਣਾ ਤਾਂ ਹਾਈਡਰੋਨੀਅਮ ਆਇਨ ਪ੍ਰੋਡਿਊਸ ਹੋਊਗਾ। ਅਤੇ ਜਦੋਂ ਅਸੀਂ ਬੇਸ ਨੂੰ ਵਾਟਰ ਦੇ ਵਿੱਚ ਪਾਉਣਾ, ਬੇਸ ਹੈ ਇੱਥੇ ਸੋਡੀਅਮ ਹਾਈਡਰੋਕਸਾਈਡ, ਇਹਨੂੰ ਜਦੋਂ ਵਾਟਰ ਦੇ ਵਿੱਚ ਐਡ ਕਰਾਂਗੇ ਤਾਂ ਇਹ ਸੋਡੀਅਮ ਹਾਈਡਰੋਕਸਾਈਡ ਆ ਜਿਹੜਾ ਟੁੱਟ ਜਾਵੇਗਾ ਦੋ ਹਿੱਸਿਆਂ ਦੇ ਵਿੱਚ, ਇੱਕ ਸੋਡੀਅਮ ਪੋਜ਼ਿਟਿਵ ਅਤੇ OH ਨੈਗੇਟਿਵ। ਇੱਥੇ ਜਿਹੜਾ ਆਇਨ ਪੈਦਾ ਹੋਊਗਾ ਉਹ ਕਿਹੜਾ ਹੋਊਗਾ, ਹਾਈਡਰੋਕਸਾਈਡ ਆਇਨ। ਜਦੋਂ ਐਸਿਡ ਨੂੰ ਵਾਟਰ ਦੇ ਵਿੱਚ ਪਾਉਣਾ ਤਾਂ ਕਿਹੜਾ ਆਇਨ ਪ੍ਰੋਡਿਊਸ ਹੋਊਗਾ, ਹਾਈਡਰੋਨੀਅਮ ਆਇਨ H3O ਪੋਜ਼ਿਟਿਵ। ਅਤੇ ਜਦੋਂ ਬੇਸ ਨੂੰ ਵਾਟਰ ਦੇ ਵਿੱਚ ਐਡ ਕਰਾਂਗੇ ਤਾਂ ਕਿਹੜਾ ਆਇਨ ਪੈਦਾ ਹੋਊਗਾ, ਹਾਈਡਰੋਕਸਾਈਡ ਆਇਨ। ਅਤੇ ਇਹ ਦੋਨੋਂ ਰਿਐਕਸ਼ਨਸ ਤੁਸੀਂ ਯਾਦ ਰੱਖਣੀਆਂ ਹਨ। ਨੈਕਸਟ ਹੈ ਬਈ ਜਦੋਂ ਅਸੀਂ ਵਾਟਰ ਅਤੇ ਐਸਿਡ ਨੂੰ ਐਡ ਕਰਦੇ ਹਾਂ ਤਾਂ ਕਿਹੜੀ ਚੀਜ਼ ਦਾ ਧਿਆਨ ਰੱਖਣਾ ਹੈ, ਇਹ ਬਹੁਤ ਗੱਲ ਜ਼ਰੂਰੀ ਸਮਝਣ ਵਾਲੀ ਹੈ। ਜਦੋਂ ਵੀ ਵੈਨ the process of dissolving an acid or a base in water is highly exothermic one, exothermic reaction ਤੁਸੀਂ ਪੜ੍ਹੀ ਹੈ, the reactions in which heat is produced is called exothermic reaction। ਉਹ ਰਿਐਕਸ਼ਨ ਜਿਹਦੇ ਵਿੱਚ ਹੀਟ ਪੈਦਾ ਹੁੰਦੀ ਹੈ ਉਸਨੂੰ ਐਗਜ਼ੋਥਰਮਿਕ ਰਿਐਕਸ਼ਨ ਕਿਹਾ ਜਾਂਦਾ ਹੈ। ਜਦੋਂ ਵੀ ਅਸੀਂ ਵਾਟਰ ਦੇ ਵਿੱਚ ਐਸਿਡ ਐਡ ਕਰਨਾ ਤਾਂ ਹੀਟ ਨਿਕਲਦੀ ਹੈ, ਇਸ ਲਈ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਹੈ। ਇਸ ਲਈ ਜਦੋਂ ਵੀ ਵਾਟਰ ਅਤੇ ਐਸਿਡ ਦੋਨੋਂ ਐਡ ਕਰਨੇ ਹਨ ਤਾਂ ਅਸੀਂ ਵਾਟਰ ਦੇ ਵਿੱਚ ਐਸਿਡ ਪਾਉਣਾ ਹੈ, ਐਸਿਡ ਦੇ ਵਿੱਚ ਵਾਟਰ ਨਹੀਂ ਪਾਉਣਾ। ਜੇਕਰ ਐਸਿਡ ਦੇ ਵਿੱਚ ਵਾਟਰ ਪਾਵਾਂਗੇ ਤਾਂ ਜਿਹੜੀ ਬਹੁਤ ਜ਼ਿਆਦਾ ਹੀਟ ਪੈਦਾ ਹੋਊਗੀ ਅਤੇ ਜਿਹੜਾ ਸਾਡਾ ਬਰਤਨ ਹੈ ਉਹ ਵੀ ਟੁੱਟ ਸਕਦਾ, ਇੰਨੀ ਹੀਟ ਪੈਦਾ ਹੁੰਦੀ ਹੈ। ਜੇਕਰ ਅਸੀਂ ਇੱਕ ਬੋਤਲ ਹੈ ਜਿਹੜੀ ਕੱਚ ਦੀ ਬੋਤਲ ਹੈ, ਉਸ ਨੂੰ ਜੇ ਅਸੀਂ ਤੋੜਨਾ ਹੋਵੇ ਤਾਂ ਉਹਦੇ ਵਿੱਚ ਐਸਿਡ ਪਾ ਲੈਣਾ, ਇਹ ਕਰਕੇ ਨਹੀਂ ਦੇਖਣਾ, ਥੋੜ੍ਹਾ ਖਤਰਨਾਕ ਵੀ ਹੋ ਸਕਦਾ ਹੈ। ਇਸ ਵਿੱਚ ਐਸਿਡ ਪਾਉਣਾ ਹੈ ਅਤੇ ਇਹਦੇ ਵਿੱਚ ਵਾਟਰ ਐਡ ਕਰ ਦਿਓ ਤਾਂ ਇੰਨੀ ਹੀਟ ਪੈਦਾ ਹੋਊਗੀ ਕਿ ਇਸ ਜਗ੍ਹਾ 'ਤੇ ਇੱਕ ਕਰੈਕ ਆ ਜਾਊਗਾ ਅਤੇ ਜਿਹੜੀ ਬੋਤਲ ਹੈ ਇੱਥੋਂ ਤਿੜ ਜੂਗੀ ਅਤੇ ਇਸ ਨੂੰ ਉੱਪਰੋਂ ਚੱਕ ਲਵਾਂਗੇ। ਇਸ ਤਰ੍ਹਾਂ ਇਹ ਬੋਤਲ ਹੈ ਜਿਹੜੀ ਉਹ ਤੋੜੀ ਜਾਂਦੀ ਸੀ। ਅਤੇ ਕਿਸ ਗੱਲ ਦਾ ਧਿਆਨ ਰੱਖਣਾ ਹੈ, ਵਾਟਰ ਦੇ ਵਿੱਚ ਐਸਿਡ ਐਡ ਕਰਨਾ ਹੈ, ਵਾਟਰ ਦੇ ਵਿੱਚ ਐਸਿਡ ਐਡ ਕਰਨਾ ਹੈ। ਨਾ ਕਿ ਐਸਿਡ ਦੇ ਵਿੱਚ ਵਾਟਰ ਪਾਉਣਾ ਹੈ। ਜਦੋਂ ਵਾਟਰ ਦੇ ਵਿੱਚ ਐਸਿਡ ਪਾਵਾਂਗੇ ਤਾਂ ਉਹ ਸੇਫ ਹੋਏਗਾ। ਇੱਥੇ ਲਿਖਿਆ ਵੀ ਹੈ, ਪੜ੍ਹ ਲੈਣਾ ਬੇਟੇ, ਐਸਿਡ ਮਸਟ ਆਲਵੇਜ਼ ਬੀ ਐਡਡ ਸਲੋਲੀ ਟੂ ਵਾਟਰ। ਐਸਿਡ ਹੌਲੀ ਹੌਲੀ ਪਾਣੀ ਵਿੱਚ ਪਾਉਣਾ ਹੈ ਵਿਦ ਕੌਨਸਟੈਂਟ ਸਟੀਰਿੰਗ, ਨਾਲ ਦੀ ਨਾਲ ਲਗਾਤਾਰ ਹਿਲਾਉਣਾ ਹੈ।
ਇਫ ਵਾਟਰ ਇਜ਼ ਐਡਡ ਟੂ ਕੰਸਨਟ੍ਰੇਟਡ ਐਸਿਡ, ਜੇਕਰ ਐਸਿਡ ਦੇ ਵਿੱਚ ਪਾਣੀ ਪਾ ਦਈਏ, ਦੀ ਹੀਟ ਜਨਰੇਟਡ ਮੇ ਕਾਜ ਦੀ ਮਿਕਸਚਰ ਟੂ ਸਪਲੈਸ਼ ਆਊਟ, ਜਿਹੜੀ ਹੀਟ ਆ ਉਹ ਇੰਨੀ ਪੈਦਾ ਹੋ ਜਾਊਗੀ ਕਿ ਉਸ ਨੂੰ ਸਪਲੈਸ਼ ਆਊਟ ਕਰ ਸਕਦੀ ਹੈ ਐਂਡ ਕਾਜ਼ ਬਰਨਸ, ਅਤੇ ਜਲਾ ਵੀ ਸਕਦੀ ਹੈ, ਜਲਨ ਪੈਦਾ ਕਰ ਸਕਦੀ ਹੈ। ਦੀ ਗਲਾਸ ਕੰਟੇਨਰ ਮੇ ਆਲਸੋ ਬ੍ਰੇਕ, ਗਲਾਸ ਕੰਟੇਨਰ ਭਾਂਡਾ ਜਿਹੜਾ ਉਹ ਟੁੱਟ ਸਕਦਾ ਡਿਊ ਟੂ ਐਕਸੈਸਿਵ ਲੋਕਲ ਹੀਟਿੰਗ, ਇੰਨੀ ਹੀਟ ਪੈਦਾ ਹੋਊਗੀ ਕਿ ਉਹ ਟੁੱਟ ਸਕਦਾ ਹੈ। ਇਸ ਲਈ ਹਮੇਸ਼ਾ ਜਿਹੜਾ ਐਸਿਡ ਹੈ ਉਹ ਵਾਟਰ ਦੇ ਵਿੱਚ ਪਾਉਣਾ, ਨਾ ਕਿ ਵਾਟਰ ਆ ਜਿਹੜਾ ਉਹਨੂੰ ਐਸਿਡ ਦੇ ਵਿੱਚ ਪਾਉਣਾ, ਇਹ ਚੀਜ਼ ਦਾ ਧਿਆਨ ਰੱਖਣਾ ਹੈ। ਮਿਕਸਿੰਗ ਆਫ ਐਨ ਐਸਿਡ ਔਰ ਬੇਸ with water results in decrease in the concentration of hydronium and hydroxide ion per unit volume. Such a process is called dilution and the acid or the base is said to be diluted. ਐਸਿਡ ਨੂੰ ਵਾਟਰ ਦੇ ਵਿੱਚ ਕਿੰਨੀ ਐਸਿਡ ਦੀ ਕੁਆਂਟਿਟੀ ਹੈ ਉਸ ਨੂੰ ਓਨਾ ਹੀ ਡਿਲਿਊਟਡ ਕਿਹਾ ਜਾਂਦਾ ਹੈ। ਜਿਵੇਂ ਸਪਿਰਟ ਹੈ ਜੋ ਅਸੀਂ ਜ਼ਖਮ 'ਤੇ ਲਾਉਂਦੇ ਹਾਂ, ਉਹਦੇ 'ਚ ਲਗਭਗ ਜਿਹੜਾ 95% ਹੈ ਉਹ ਵਾਟਰ ਹੁੰਦਾ ਹੈ ਅਤੇ 5% ਐਸਿਡ ਹੁੰਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਡਿਲਿਊਟਡ। ਥੋੜ੍ਹਾ ਪਾਣੀ ਦੇ ਵਿੱਚ ਐਸਿਡ ਪਾਇਆ ਹੋਣਾ ਉਸ ਨੂੰ ਕੀ ਜਿਹਾ ਕਿਹਾ ਜਾਂਦਾ ਹੈ ਡਿਲਿਊਟਡ, ਜਾਂ ਬੇਸ ਪਾਇਆ ਹੋਇਆ ਉਹਨੂੰ ਵੀ ਕੀ ਕਿਹਾ ਜਾਂਦਾ ਹੈ ਡਿਲਿਊਟਡ। ਜਿੰਨੀ ਕੁਆਂਟਿਟੀ ਵੱਧ ਪਾਵਾਂਗੇ ਉਨਾ ਹੀ ਉਹ ਹਾਈ ਡਿਲਿਊਟਡ ਹੁੰਦਾ ਜਾਏਗਾ। ਸੋ ਇਹ ਟਰਮਜ਼ ਨੇ ਜਿਹੜੀਆਂ ਯਾਦ ਰੱਖਣੀਆਂ ਹਨ। ਅਤੇ ਨੈਕਸਟ ਟੋਪਿਕ ਦੇ ਵਿੱਚ ਅਸੀਂ ਪੜ੍ਹਨਾ ਹੈ ਹਾਊ ਸਟਰੋਂਗ ਆਰ ਐਸਿਡ ਔਰ ਬੇਸਿਸ ਸਲਿਊਸ਼ਨ। ਜਿਹੜੇ ਐਸਿਡ ਅਤੇ ਬੇਸਿਸ ਨੇ ਉਹ ਕਿੰਨੇ ਸਟਰੋਂਗ ਨੇ। ਕਈ ਐਸਿਡ ਘੱਟ ਸਟਰੋਂਗ ਹਨ, ਕਈ ਐਸਿਡ ਵੱਧ ਸਟਰੋਂਗ ਹਨ। ਇਸੇ ਤਰ੍ਹਾਂ ਕਈ ਬੇਸ ਨੇ ਜਿਹੜੇ ਉਹ ਘੱਟ ਸਟਰੋਂਗ ਹਨ, ਕਈ ਬੇਸ ਵੱਧ ਸਟਰੋਂਗ ਹਨ। ਸੋ ਇਹ ਅਸੀਂ ਨੈਕਸਟ ਟੋਪਿਕ ਦੇ ਵਿੱਚ ਪੜ੍ਹਨਾ ਹੈ ਕਿ ਸਾਨੂੰ ਕਿਵੇਂ ਪਤਾ ਲੱਗੂਗਾ ਕਿਹੜਾ ਐਸਿਡ ਵੱਧ ਸਟਰੋਂਗ ਹੈ ਅਤੇ ਕਿਹੜਾ ਬੇਸ ਵੱਧ ਸਟਰੋਂਗ ਹੈ। ਅੱਜ ਤੁਸੀਂ ਜੋ ਪੜ੍ਹਾਇਆ ਹੈ ਉਸਨੂੰ ਧਿਆਨ ਨਾਲ ਸੁਣਨਾ ਹੈ ਅਤੇ ਬੁੱਕ 'ਤੇ ਰੀਡਿੰਗ ਵੀ ਲੈ ਲੈਣੀ ਹੈ ਬੇਟੇ। ਓਕੇ ਬੇਟੇ, ਹੈਵ ਅ ਨਾਈਸ ਡੇ।